ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਜੋ ਇਸ ਮਾਰੇ ਤਿਸਹਿ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁਖ ਜਾਈ। ਐਸਾ ਕੋਇ ਜੇ ਦੁਬਦਾ ਮਾਰ ਗਵਾਵੈ, ਇਸਹਿ ਮਾਰ ਰਾਜ ਜੋਗ ਕਮਾਵੈ। ਰਹਾਉ। ਜੋ ਇਸ ਮਾਰੇ ਤਿਸ ਕੋ ਭਉ ਨਾਹੈ, ਜੋ ਇਸ ਮਾਰੇ ਸੋ ਨਾਮ ਸਮਾਹੈ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ, ਜੋ ਇਸ ਮਾਰੇ ਸੋ ਦਰਗਹਿ ਸਿਝੈ। ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ। ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ। ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਹਚਲ ਧਨੀ। ਜੋ ਇਸ ਮਾਰੇ ਸੋ ਵਡ ਭਾਗਾ, ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਗੌੜੀ ਮਹੱਲਾ ਪੰਜਵਾ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਇਹ ਸਾਰਾ ਸੰਸਾਰ ਹੀ ਕਿਸੇ ਅੱਗ ਵਿੱਚ ਸੜ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਬਾਬਾ ਫਰੀਦ ਜੀ ਦੀ ਬਾਣੀ ਵੀ ਲਿਖੀ ਹੈ। ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਇੱਕ ਬਹੁਤ ਸੁੰਦਰ ਸ਼ਲੋਕ ਆਉਂਦਾ ਹੈ। ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਬਾਇਆ ਜਗ। ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਭਗਤ ਕਬੀਰ ਜੀ ਵੀ ਫਰਮਾਉਂਦੇ ਹਨ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹੀ ਇਸ ਅੱਗ ਤੋਂ ਬਚਦੇ ਹਨ। ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨ ਵਿਆਪੈ ਮਾਇਆ। ਗੁਰੂ ਅਮਰਦਾਸ ਮਹਾਰਾਜ ਵੀ ਫਰਮਾਉਂਦੇ ਹਨ, ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸ਼ਾਂਤੀ ਮਿਲੇ, ਤਾਂ ਸਤਿਗੁਰੂ ਦੇ ਬਚਨ ਹਨ, ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤੇ ਅੱਗ ਵਿੱਚ ਸੜ ਰਹੀ ਹੈ। ਜੇ ਕੋਈ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ, ਕਿਉਂਕਿ ਅੱਗ ਨੂੰ ਪਾਣੀ ਹੀ ਬੁਝਾ ਸਕਦਾ ਹੈ। ਦੁਨੀਆ ਅੱਗ ਵਿੱਚ ਸੜ ਰਹੀ ਹੈ। ਵਾਹਿਗੁਰੂ ਦੇ ਨਾਮ ਦੀ ਅੰਮ੍ਰਿਤ ਵਰਖਾ ਹੀ ਸੰਸਾਰ ਨੂੰ ਠੰਡ ਦੇ ਸਕਦੀ ਹੈ। ਇਸੇ ਲਈ ਹਜ਼ੂਰ ਨੇ ਫਰਮਾਇਆ ਹੈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਅਸਲੀ ਸ਼ਾਂਤੀ ਤੇ ਨਾਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਪ੍ਰਗਟ ਕੀਤਾ ਹੈ। ਐਸਾ ਕੋਈ ਜੇ ਦੁਬਦਾ ਮਾਰ ਗਵਾਵੈ, ਇਸ ਹੈ ਮਾਰ ਰਾਜ ਜੋ ਕਮਾਵੈ। ਰਹਾਉ, ਐਸਾ ਕੋਈ, ਐਸਾ ਕੌਣ ਹੈ ਜੇ ਦੁਬਦਾ ਮਾਰ ਗਵਾਵੈ, ਜਿਹੜਾ ਦੁਬਦਾ ਨੂੰ ਮਾਰ ਕੇ ਗਵਾ ਦੇਵੇ। ਸਤਿਗੁਰੂ ਨੇ ਦੁਬਦਾ ਦੇ ਬਾਰੇ ਹੋਰ ਥਾਂ ਤੇ ਲਿਖਿਆ ਹੈ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਇਹ ਦੁਬਦਾ ਐਸੀ ਇੱਕ ਚੀਜ਼ ਹੈ ਜਿਸ ਨੇ ਸਾਰੇ ਸੰਸਾਰ ਨੂੰ ਹੀ ਸ਼ੁਦਾਈ ਕੀਤਾ ਹੋਇਆ ਹੈ। ਦੁਬਦਾ ਤੋਂ ਮੁਰਾਦ ਇਹ ਹੈ ਜੋ ਕੁਝ ਅਸੀਂ ਬਾਹਰੋਂ ਕਰਦੇ ਹਾਂ ਤੇ ਸਾਡਾ ਮਨ ਹਮੇਸ਼ਾ ਉਹਦੇ ਉਲਟ ਹੀ ਚੱਲਦਾ ਹੈ, ਇਹ ਦੁਬਦਾ ਹੈ। ਅਸੀਂ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਾਂ ਤੇ ਮਨ ਉਹ ਸਾਨੂੰ ਚੰਗਾ ਕੰਮ ਵੀ ਕਰਨ ਨਹੀਂ ਦਿੰਦਾ। ਮਨ ਦੇ ਵਿੱਚ ਕੋਈ ਨਾ ਕੋਈ ਵਿਪਰੀਤ ਵਿਚਾਰਧਾਰਾ ਖੜੀ ਹੋ ਜਾਂਦੀ ਹੈ। ਜੇ ਕੋਈ ਹੋਰ ਵੀ ਚੰਗਾ ਕੰਮ ਕਰਦਾ ਹੈ, ਉੱਥੇ ਵੀ ਸਾਡੇ ਮਨ ਦੇ ਵਿੱਚ ਵਿਪਰੀਤ ਖਿਆਲ ਪੈਦਾ ਹੁੰਦੇ ਨੇ ਵੀ ਇਸ ਕੰਮ ਦੇ ਵਿੱਚ ਕਿਵੇਂ ਰੁਕਾਵਟ ਪਾਈ ਜਾਵੇ। ਇਹ ਇੱਕ ਦੁਬਦਾ ਹੈ। ਇੱਕ ਆਪਣੇ ਅੰਦਰ ਦੁਬਦਾ ਹੁੰਦੀ ਹੈ, ਇੱਕ ਦੂਸਰੇ ਕਾਰਜ ਦੇ ਵਿੱਚ ਦੁਬਦਾ ਖੜੀ ਕਰ ਦੇਣੀ, ਫੁੱਟ ਪਾ ਦੇਣੀ, ਲੜਾਈ ਝਗੜਾ ਕਲੇਸ਼ ਪਾ ਦੇਣਾ, ਇਹਨੂੰ ਦੁਬਦਾ ਕਹਿੰਦੇ ਨੇ। ਦੁਬਦਾ ਦੇ ਬੜੇ ਸੂਖਮ ਰੂਪ ਹਨ। ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ, ਸਾਡੇ ਮਨ ਦੇ ਵਿੱਚ ਕੋਈ ਹੋਰ ਖਿਆਲ ਚੱਲਦੇ ਰਹਿੰਦੇ ਨੇ। ਜਦੋਂ ਅਸੀਂ ਸੰਗਤ ਵਿੱਚ ਵੀ ਬੈਠਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਉਸ ਵੇਲੇ ਵੀ ਸਾਡੇ ਮਨ ਦੇ ਵਿੱਚ ਕੋਈ ਹੋਰ ਖਿਆਲ ਪੈਦਾ ਹੁੰਦੇ ਰਹਿੰਦੇ ਨੇ। ਜਦੋਂ ਸਾਡਾ ਕੰਮ ਵੀ ਉਹੀ ਹੋਵੇ ਤੇ ਮਨ ਦੇ ਵਿੱਚ ਖਿਆਲ ਵੀ ਉਹੀ ਹੋਵੇ ਤੇ ਫਿਰ ਉਹ ਕੰਮ ਕਰਨ ਦਾ ਵੱਖਰਾ ਹੀ ਸਵਾਦ ਹੁੰਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਮੁਖ ਵੀ ਬਾਣੀ ਪੜ੍ਹੇ, ਸਾਡਾ ਮਨ ਵੀ ਬਾਣੀ ਸੁਣੇ, ਉਹਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਕਥਾ ਹੁੰਦੀ ਹੈ, ਕਥਾ ਸੁਣਦੇ ਹਾਂ, ਪਰ ਮਨ ਕਿਸੇ ਹੋਰ ਪਾਸੇ ਦੌੜਦਾ, ਇਹ ਦੁਬਦਾ ਹੈ। ਇਸ ਦੁਬਦਾ ਨੂੰ ਮਾਰਨਾ ਹੈ। ਜਾਂ ਇਸ ਦਾ ਇੱਕ ਹੋਰ ਵੀ ਰੂਪ ਮਹਾਂਪੁਰਖ ਦੱਸਦੇ ਸਨ। ਇੱਕ ਪਾਸੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਗੁਰ ਕੀ ਮੱਤ ਤੂੰ ਲੇਹ ਏ ਆਨੇ, ਭਗਤ ਬਿਨਾ ਬੋ ਡੂਬੇ ਸਿਆਨੇ। ਦੂਜੇ ਪਾਸੇ ਸਾਡੇ ਮਨ ਦੀ ਮੱਤ ਕਹਿੰਦੀ ਹੈ, ਨਹੀਂ, ਗੁਰੂ ਦੀ ਮੱਤ ਧਾਰਨ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰੂ ਦੀ ਮੱਤ ਧਾਰਨ ਕਰਕੇ ਕੀ ਮਿਲੇਗਾ? ਸਾਡੀ ਆਜ਼ਾਦੀ ਖਤਮ ਹੋ ਜਾਵੇਗੀ, ਐਸ਼ੋ ਇਸ਼ਰਤ ਸਾਡੀ ਬੰਦ ਹੋ ਜਾਵੇਗੀ। ਇਸ ਲਈ ਕੋਈ ਲੋੜ ਨਹੀਂ ਅੰਮ੍ਰਿਤ ਛਕਣ ਦੀ, ਕੋਈ ਲੋੜ ਨਹੀਂ ਬਾਣੀ ਪੜ੍ਹਨ ਦੀ, ਕੋਈ ਲੋੜ ਨਹੀਂ ਰਹਿਤ ਰੱਖਣ ਦੀ। ਇਹ ਇੱਕ ਦੁਬਦਾ ਹੈ। ਜੋ ਗੁਰੂ ਕਹਿੰਦਾ ਹੈ ਅਸੀਂ ਗੁਰੂ ਦੇ ਉਲਟ ਚੱਲਦੇ ਹਾਂ। ਇਸ ਦੁਬਦਾ ਨੂੰ ਦੂਰ ਕਰਨਾ ਹੈ। ਜੋ ਸਤਿਗੁਰੂ ਕਹਿੰਦਾ ਹੈ ਉਹੀ ਸਾਨੂੰ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ। ਇਹਦੇ ਨਾਲ ਹੀ ਦੁਬਦਾ ਖਤਮ ਹੋ ਸਕਦੀ ਹੈ। ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਫਰਮਾਇਆ ਹੈ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਜੇ ਤੁਸੀਂ ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦਿਓਗੇ ਤੇ ਫਿਰ ਤੁਹਾਡੇ ਮਨ ਦੀ ਜਿਹੜੀ ਦੁਬਦਾ ਦੂਰ ਹੋ ਸਕਦੀ ਹੈ। ਜੇ ਅਸੀਂ ਗੁਰੂ ਦਾ ਬਚਨ ਵੀ ਨਹੀਂ ਮੰਨਾਂਗੇ ਤੇ ਉਹ ਦੁਬਦਾ ਕਾਇਮ ਰਹੇਗੀ। ਦੁਬਦਾ ਵਾਲੇ ਮਨੁੱਖ ਦੀ ਅਵਸਥਾ ਸਤਿਗੁਰੂ ਨੇ ਇਸ ਤਰ੍ਹਾਂ ਵੀ ਬਿਆਨ ਕੀਤੀ ਹੈ, ਸਲਾਮ ਜਵਾਬ ਦੋਵੈ ਕਰੇ, ਮੁੰਡਹੁ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਦੁਬਦਾ ਵਾਲਾ ਮਨੁੱਖ ਇੱਕ ਪਾਸੇ ਆ ਕੇ ਗੁਰੂ ਨੂੰ ਮੱਥਾ ਟੇਕਦਾ ਹੈ ਤੇ ਦੂਜੇ ਪਾਸੇ ਗੁਰੂ ਦੀ ਆਗਿਆ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਜਦੋਂ ਅਸੀਂ ਗੁਰੂ ਨੂੰ ਮੱਥਾ ਹੀ ਟੇਕ ਦਿੱਤਾ ਤਾਂ ਉਸ ਵੇਲੇ ਗੁਰੂ ਦਾ ਹੁਕਮ ਵੀ ਤੇ ਸਾਨੂੰ ਮੰਨਣਾ ਚਾਹੀਦਾ ਹੈ। ਸਤਿਗੁਰੂ ਦਾ ਬਚਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ ਹੀ ਤਾਂ ਪ੍ਰਵਾਨ ਹੋਇਆ ਜਾ ਸਕਦਾ ਹੈ।
ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹੈ। ਅਸੀਂ ਇਹਨਾਂ ਗੱਲਾਂ ਨੂੰ ਸੁਣ ਤਾਂ ਲੈਂਦੇ ਹਾਂ, ਪਰ ਅਸੀਂ ਇਹਨਾਂ ਨੂੰ ਮੰਨ ਨਹੀਂ ਸਕਦੇ, ਕਿਉਂਕਿ ਦੁਬਦਾ ਸਾਡੀ ਪੇਸ਼ ਨਹੀਂ ਜਾਣ ਦਿੰਦੀ। ਹਜ਼ੂਰ ਕਹਿੰਦੇ ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਕੋਈ ਹੈ ਇਹੋ ਜਿਹਾ ਬੰਦਾ ਜਿਹੜਾ ਦੁਬਦਾ ਨੂੰ ਮਾਰ ਕੇ ਗਵਾ ਦੇਵੇ, ਦੁਬਦਾ ਨੂੰ ਮਾਰ ਕੇ ਮਨੋਂ ਵਿਸਾਰ ਦੇਵੇ, ਐਸਾ ਕੋਈ ਘੱਟ ਹੀ ਗੁਰਮੁਖ ਪਿਆਰਾ ਮਿਲੇਗਾ। ਨਹੀਂ ਤੇ ਹਰ ਆਦਮੀ ਦੁਬਦਾ ਦੇ ਵਿੱਚ ਜਿਉ ਰਿਹਾ ਹੈ, ਦੁਬਦਾ ਦੇ ਵਿੱਚ ਆਪ ਵੀ ਪਰੇਸ਼ਾਨ ਹੁੰਦਾ ਹੈ, ਦੂਜਿਆਂ ਵਿੱਚ ਵੀ ਦੁਬਦਾ ਖੜੀ ਕਰਕੇ ਦੂਜਿਆਂ ਨੂੰ ਵੀ ਪਰੇਸ਼ਾਨ ਕਰਦਾ ਹੈ। ਪਰ ਹਜ਼ੂਰ ਕਹਿੰਦੇ ਕੋਈ ਹੈ ਇਹੋ ਜਿਹਾ ਜਿਹੜਾ ਇਸ ਦੁਬਦਾ ਨੂੰ ਮਾਰ ਕੇ ਗਵਾ ਦੇਵੇ। ਬਈ ਕੋਈ ਵਿਰਲਾ ਹੀ ਹੋ ਸਕਦਾ ਹੈ। ਇਸ ਹੈ ਮਾਰ ਰਾਜ ਜੋਗ ਕਮਾਵੇ, ਜਿਹੜਾ ਇਸ ਨੂੰ ਮਾਰ ਦੇਵੇ ਤੇ ਫਿਰ ਉਹੀ ਰਾਜ ਯੋਗ ਕਮਾ ਸਕਦਾ ਹੈ। ਰਾਜ ਯੋਗ ਤੋਂ ਮੁਰਾਦ ਕੀ ਹੈ? ਬਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰਕ ਸੁੱਖ ਭੋਗਦਿਆਂ ਹੋਇਆਂ ਗੁਰੂ ਦੀ ਜੁਗਤ ਨੂੰ ਅਪਣਾ ਕੇ ਚਿੱਤ ਨੂੰ ਵਾਹਿਗੁਰੂ ਦੇ ਨਾਲ ਜੋੜੀ ਰੱਖਣਾ, ਇਹਨੂੰ ਰਾਜ ਯੋਗ ਕਹਿੰਦੇ ਨੇ। ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਰਮਾਇਆ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਰਾਜ ਯੋਗ ਹੈ। ਛੱਡਣਾ ਨਹੀਂ ਕੁਝ ਵੀ, ਆਪਣੇ ਮਨ ਵਿੱਚ ਹੀ ਉਦਾਸਤਾਈ ਨੂੰ ਧਾਰਨ ਕਰਨਾ ਹੈ। ਜੈਸੇ ਜਲ ਮੈਂ ਕਵਲ ਨਰਾਲੋ ਮੁਰਗਾਈ ਨ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰਿਆ, ਨਾਨਕ ਨਾਮ ਵਖਾਣੇ। ਗੁਰਮਤਿ ਦੀ ਰਾਜ ਯੋਗ ਦੀ ਜੁਗਤ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚ ਹੋਵੇ ਮੁਕਤ। ਜਿਹੜਾ ਮਨੁੱਖ ਆਪਣੇ ਦੁਬਦਾ ਨੂੰ ਮਾਰ ਕੇ ਗਵਾ ਦੇਵੇ ਤੇ ਫਿਰ ਇਸ ਨੂੰ ਮਾਰ ਕੇ ਉਹ ਰਾਜ ਯੋਗ ਕਮਾ ਸਕਦਾ ਹੈ। ਭਾਵ ਉਸ ਨੂੰ ਰਾਜ ਦਾ ਵੀ ਸੁੱਖ ਤੇ ਯੋਗ ਦਾ ਵੀ ਸੁੱਖ ਦੋਵੇਂ ਹੀ ਉਸ ਨੂੰ ਪ੍ਰਾਪਤ ਹੋ ਸਕਦੇ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਇਹ ਉਪਦੇਸ਼ ਸਰਬ ਲਈ ਸਾਂਝਾ ਹੈ ਤੇ ਇਹਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਉੱਤੇ ਅਮਲ ਕਰਨਾ ਔਰ ਇਹਦੇ ਉੱਤੇ ਚੱਲਣਾ ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ। ਸਤਿਗੁਰੂ ਕੀ ਕਹਿੰਦੇ ਹਨ, ਲਓ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ, ਜੋ ਇਸ ਮਾਰੇ ਸੋਈ ਸੂਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੌੜੀ ਰਾਗ ਵਿੱਚ ਫਰਮਾਉਂਦੇ ਹਨ, ਗੁਰਮੁਖੋ ਜੋ ਇਸ ਮਾਰੇ, ਇਹ ਜਿਹੜਾ ਇਸ ਸ਼ਬਦ ਹੈ ਇਹ ਪੜਨਾਮੀ ਸ਼ਬਦ ਹੈ, ਇਹ ਦੁਬਦਾ ਦੇ ਲਈ ਵਰਤਿਆ ਹੈ। ਜੋ ਇਸ ਮਾਰੇ, ਜੋ ਇਸ ਦੁਬਦਾ ਨੂੰ ਮਾਰ ਦੇਵੇ, ਸੋਈ ਸੂਰਾ, ਉਹੀ ਆਪਣੇ ਆਪ ਨੂੰ ਸੂਰਬੀਰ ਬਹਾਦਰ ਅਖਵਾ ਸਕਦਾ ਹੈ। ਜੋ ਇਸ ਮਾਰੇ ਸੋਈ ਪੂਰਾ। ਹਜ਼ੂਰ ਕਹਿੰਦੇ ਜੋ ਇਸ ਦੁਬਦਾ ਨੂੰ ਮਾਰ ਦੇਵੇ ਸੋਈ ਪੂਰਾ, ਉਹੀ ਆਪਣੇ ਆਪ ਨੂੰ ਪੂਰਨ ਪੁਰਖ ਪੂਰਨ ਮਹਾਂਪੁਰਖ ਅਖਵਾ ਸਕਦਾ ਹੈ। ਜੋ ਇਸ ਮਾਰੇ ਤਿਸ ਹੈ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਇਸ ਦੁਬਦਾ ਨੂੰ ਮਾਰ ਦੇਵੇ ਤੇ ਉਸੇ ਨੂੰ ਇਸ ਦੁਨੀਆ ਦੀ ਤੇ ਦਰਗਾਹ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਜੋ ਇਸ ਮਾਰੇ ਤਿਸ ਕਾ ਦੁੱਖ ਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਤਿਸ ਕਾ ਦੁੱਖ ਜਾਈ, ਉਹਦਾ ਸਾਰਾ ਹੀ ਦੁੱਖ ਜਨਮ ਮਰਨ ਦਾ ਚਲਿਆ ਜਾਂਦਾ ਹੈ। ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਇਸ ਹੈ ਮਾਰ ਰਾਜ ਜੋਗ ਕਮਾਵੇ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਹੈ ਐਸਾ ਦੁਨੀਆ ਦੇ ਵਿੱਚ ਆਦਮੀ ਜਿਹੜਾ ਇਸ ਦੁਬਦਾ ਨੂੰ ਮਾਰ ਕੇ ਗਵਾ ਦੇਵੇ ਤੇ ਜਿਹੜਾ ਇਸ ਨੂੰ ਮਾਰ ਦੇਵੇ ਉਹੀ ਅਸਲੀ ਰਾਜ ਯੋਗ ਨੂੰ ਕਮਾ ਸਕਦਾ ਹੈ। ਕਿਉਂਕਿ ਸਤਿਗੁਰੂ ਨੇ ਗੁਰਸਿੱਖ ਨੂੰ ਰਾਜਾ ਯੋਗੀ ਬਣਾਇਆ। ਇਹ ਸੰਸਾਰ ਦੇ ਸੁੱਖ ਵੀ ਭੋਗਦਾ ਹੈ ਤੇ ਫਿਰ ਮੋਹ ਮਾਇਆ ਤੋਂ ਅਸੰਗ ਰਹਿ ਕੇ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਉਹੀ ਅਸਲੀ ਇਸ ਰਾਜ ਯੋਗ ਦੇ ਸੁੱਖ ਨੂੰ ਆਨੰਦ ਨੂੰ ਕਮਾ ਸਕਦਾ ਹੈ। ਜੋ ਇਸ ਮਾਰੇ ਤਿਸ ਕੋ ਭਉ ਨਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਸ ਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਹੁੰਦਾ। ਜੋ ਇਸ ਮਾਰੇ ਸੋ ਨਾਮ ਸਮਾਹੇ। ਲੋ ਜਿਹੜਾ ਵੀ ਗੁਰਸਿੱਖ ਮਾਏ ਭਾਈ ਇਸ ਦੁਬਦਾ ਨੂੰ ਮਾਰ ਦੇਵੇ ਸੋ ਨਾਮ ਸਮਾਹੇ, ਉਹ ਭਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ। ਜੋ
ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਝੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹਦੀ ਤ੍ਰਿਸ਼ਨਾ ਦੀ ਅੱਗ ਵੀ ਬੁਝ ਸਕਦੀ, ਸ਼ਾਂਤ ਹੋ ਸਕਦੀ ਹੈ। ਜੋ ਇਸ ਮਾਰੇ ਸੋ ਦਰਗਹਿ ਸਿਜੈ। ਹਜ਼ੂਰ ਫਰਮਾਉਂਦੇ ਨੇ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਿੱਜਾ ਦਾ ਅਰਥ ਸਿੱਝ ਸਕਦਾ ਹੈ, ਪੁੱਗ ਸਕਦਾ ਹੈ, ਭਾਵ ਮੁਕਤ ਹੋ ਸਕਦਾ ਹੈ। ਜੋ ਇਸ ਮਾਰੇ ਸੋ ਧਨਵੰਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹੀ ਅਸਲੀ ਧਨਵਾਨ ਹੋ ਸਕਦਾ ਹੈ। ਜੋ ਇਸ ਮਾਰੇ ਸੋ ਪਤਵੰਤਾ। ਜਿਹੜਾ ਇਸ ਨੂੰ ਮਾਰ ਦੇਵੇ ਉਹੀ ਸੰਸਾਰ ਦੇ ਵਿੱਚ ਪਤਵੰਤਾ, ਇੱਜ਼ਤ ਅਬਰੋ ਵਾਲਾ ਬਣ ਸਕਦਾ ਹੈ। ਜੋ ਇਸ ਮਾਰੇ ਸੋਈ ਜਤੀ। ਲੋ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹੀ ਜਤੀ ਦਾ ਅਰਥ ਹੈ ਸੰਨਿਆਸੀ ਅਥਵਾ ਬ੍ਰਹਮਚਾਰੀ ਹੋ ਸਕਦਾ ਹੈ। ਜੋ ਇਸ ਮਾਰੇ ਤਿਸ ਹੋਵੇ ਗਤੀ। ਹਜ਼ੂਰ ਫਰਮਾਉਂਦੇ ਨੇ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਸ ਦੀ ਪਾਈ ਗਤੀ ਦਾ ਅਰਥ ਹੈ ਕਲਿਆਣ ਹੋ ਜਾਂਦੀ ਹੈ। ਜੋ ਇਸ ਮਾਰੇ ਤਿਸ ਕਾ ਆਇਆ ਗਨੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਇਸ ਦੁਬਦਾ ਨੂੰ ਮਾਰ ਦੇਵੇ ਉਹਦਾ ਆਇਆ ਸੰਸਾਰ ਦੇ ਵਿੱਚ ਸਫਲ ਗਿਣਿਆ ਜਾਂਦਾ ਹੈ। ਨਹੀਂ ਤੇ ਹੁਣ ਅਸੀਂ ਸਾਰੇ ਹੀ ਸੰਸਾਰ ਦੇ ਵਿੱਚ ਆਏ ਹਾਂ, ਪਰ ਹਜ਼ੂਰ ਨੇ ਮਹਾਂਪੁਰਖਾਂ ਦੇ ਬਾਰੇ ਲਿਖਿਆ ਹੈ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸਵਾਓ, ਜਨ ਕਾ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਾਰਿਆਂ ਦੇ ਆਉਣ ਨੂੰ ਗੁਰਬਾਣੀ ਨੇ ਧਨ ਨਹੀਂ ਆਖਿਆ, ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹਦਾ ਆਇਆ ਸੰਸਾਰ ਦੇ ਵਿੱਚ ਸਫਲ ਗਿਣਿਆ ਜਾਂਦਾ ਹੈ। ਜੋ ਇਸ ਮਾਰੇ ਸੋ ਨਿਹਚਲ ਧਨੀ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਸੋ ਨਿਹਚਲ ਧਨੀ, ਉਹ ਪੱਕਾ ਧਨੀ ਦਾ ਅਰਥ ਹੈ ਉਹ ਧਨਾੜ ਪੁਰਸ਼ ਬਣ ਜਾਂਦਾ ਹੈ। ਕਿਉਂਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦਾ ਨਾਮ ਨਾ ਹੋਈ। ਇਹਦਾ ਮਤਲਬ ਇਹ ਹੈ ਜਿਹਦੇ ਕੋਲੇ ਨਾਮ ਆ ਜਾਂਦਾ ਹੈ ਉਹੀ ਸਭ ਤੋਂ ਵੱਡਾ ਧਨੀ ਹੈ। ਜੋ ਇਸ ਮਾਰੇ ਸੋ ਵੱਡ ਭਾਗਾ। ਹਜ਼ੂਰ ਫਰਮਾਉਂਦੇ ਨੇ ਜਿਹੜਾ ਭਾਈ ਇਸ ਦੁਬਦਾ ਨੂੰ ਮਾਰ ਦੇਵੇ ਉਹੀ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਜੋ ਇਸ ਮਾਰੇ ਸੋ ਅਨ ਦਿਨ ਜਾਗਾ। ਜੋ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹ ਰਾਤ ਦਿਨ ਜਾਗ ਪੈਂਦਾ ਹੈ। ਇਹ ਭਾਵ ਹੈ ਸਾਖੀ ਭਾਵ ਦੇ ਵਿੱਚ, ਸਿਮਰਨ ਦੇ ਵਿੱਚ ਤੇ ਗਿਆਨ ਦੇ ਵਿੱਚ ਜਾਗ ਪੈਣਾ, ਉਹ ਰਾਤ ਦਿਨ ਹੀ ਜਾਗਦਾ ਰਹਿੰਦਾ ਹੈ। ਜੋ ਇਸ ਮਾਰੇ ਸੋ ਜੀਵਨ ਮੁਕਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹ ਅਸਲੀ ਜੀਵਨ ਮੁਕਤ ਪੁਰਸ਼ ਬਣ ਜਾਂਦਾ ਹੈ। ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ। ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਸ ਦੀ ਜਿਹੜੀ ਜੁਗਤੀ ਹੈ ਉਹ ਵੀ ਨਿਰਮਲ ਹੋ ਜਾਂਦੀ ਹੈ, ਭਾਵ ਉਸ ਦੀ ਜੀਵਨ ਜੁਗਤ ਬੜੀ ਪਵਿੱਤਰ ਹੋ ਜਾਂਦੀ ਹੈ। ਜੋ ਇਸ ਮਾਰੇ ਸੋਈ ਸੋ ਗਿਆਨੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹੀ ਸ੍ਰੇਸ਼ਟ ਗਿਆਨਵਾਨ ਹੁੰਦਾ ਹੈ। ਜੋ ਇਸ ਮਾਰੇ ਸੋ ਸਹਿਜ ਧਿਆਨੀ। ਜਿਹੜਾ ਇਸ ਦੁਬਦਾ ਨੂੰ ਮਾਰ ਦੇਵੇ ਉਹੀ ਆਤਮਕ ਅਡੋਲ ਅਵਸਥਾ ਦਾ ਧਿਆਨੀ ਪੁਰਸ਼ ਬਣ ਜਾਂਦਾ ਹੈ। ਇਸ ਮਾਰੀ ਬਿਨ ਥਾਏ ਨਾ ਪਰੈ। ਲੋ ਹਜ਼ੂਰ ਕਹਿੰਦੇ ਨੇ, ਜਿੰਨਾ ਚਿਰ ਇਸ ਦੁਬਦਾ ਨੂੰ ਨਹੀਂ ਆਦਮੀ ਮਾਰ ਦਿੰਦਾ ਉਹਨਾਂ ਚਿਰ ਇਹਦਾ ਕੁਛ ਵੀ ਕੀਤਾ ਹੋਇਆ ਜਾਪ ਤਾਪ ਸਾਧਨ ਥਾਂ ਨਹੀਂ ਪੈ ਸਕਦਾ, ਭਾਵ ਦਰਗਾਹੇ ਪ੍ਰਵਾਨ ਨਹੀਂ ਹੋ ਸਕਦਾ। ਕੋਟ ਕਰਮ ਜਾਪ ਤਪ ਕਰੈ। ਚਾਹੇ ਕਰੋੜਾਂ ਹੀ ਕਰਮ ਧਰਮ ਪੁੰਨ ਦਾਨ ਜਾਪ ਤਪ ਇਹ ਮਨੁੱਖ ਕਰ ਲਵੇ, ਪਰ ਦੁਬਦਾ ਮਾਰੀ ਤੋਂ ਬਿਨਾਂ ਕੁਝ ਵੀ ਥਾਂ ਨਹੀਂ ਪੈ ਸਕਦਾ। ਇਸ ਮਾਰੀ ਬਿਨ ਜਨਮ ਨਾ ਮਿਟੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਦੁਬਦਾ ਨੂੰ ਮਾਰੇ ਤੋਂ ਬਿਨਾਂ ਵੀ ਇਸ ਜੀਵ ਦਾ ਜਨਮ ਮਰਨ ਵੀ ਨਹੀਂ ਮਿਟ ਸਕਦਾ, ਕਿਉਂਕਿ ਜਿੰਨਾ ਚਿਰ ਦੁਬਦਾ ਨਹੀਂ ਖਤਮ ਹੁੰਦੀ ਉਹਨਾਂ ਚਿਰ ਜਨਮ ਵੀ ਨਹੀਂ ਖਤਮ ਹੋ ਸਕਦਾ। ਪਹਿਲਾਂ ਇਸ ਦੁਬਦਾ ਨੂੰ ਮਾਰ ਕੇ ਹੀ ਜਨਮ ਮਰਨ ਮਿਟਦਾ ਹੈ। ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ। ਲੋ ਹਜ਼ੂਰ ਕਹਿੰਦੇ ਨੇ, ਇਸ ਦੁਬਦਾ ਨੂੰ ਮਾਰੇ ਤੋਂ ਬਿਨਾਂ ਕੋਈ ਜਮਾ ਤੋਂ ਵੀ ਨਹੀਂ ਛੁੱਟ ਸਕਦਾ।
ਜਿਹਦੇ ਅੰਦਰ ਦੁਬਦਾ ਹੈ ਉਹਨੂੰ ਜਮਦੂਤ ਵੀ ਜ਼ਰੂਰ ਮਾਰਦੇ ਹਨ। ਇਸ ਮਾਰੀ ਬਿਨ ਗਿਆਨ ਨਾ ਹੋਈ। ਲੋ ਜਿੰਨਾ ਚਿਰ ਆਦਮੀ ਦੁਬਦਾ ਨੂੰ ਨਹੀਂ ਮੇਟ ਦਿੰਦਾ ਉਹਨਾਂ ਚਿਰ ਤੱਕ ਇਸ ਨੂੰ ਬ੍ਰਹਮ ਗਿਆਨ ਵੀ ਨਹੀਂ ਪ੍ਰਾਪਤ ਹੋ ਸਕਦਾ। ਇਸ ਮਾਰੀ ਬਿਨ ਝੂਠ ਨਾ ਧੋਈ। ਤੇ ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਤੱਕ ਇਹ ਮਨੁੱਖ ਇਸ ਦੁਬਦਾ ਨੂੰ ਮਾਰ ਨਹੀਂ ਦਿੰਦਾ ਉਹਨਾਂ ਚਿਰ ਤੱਕ ਜਿਹੜੇ ਮਨ ਦੀ ਝੂਠ ਹੈ ਵਿਕਾਰਾਂ ਦੀ ਇਹ ਵੀ ਨਹੀਂ ਧੋਤੀ ਜਾ ਸਕਦੀ। ਇਸ ਮਾਰੀ ਬਿਨ ਸਭ ਕਿਛ ਮੈਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਦੁਬਦਾ ਨੂੰ ਮਾਰੇ ਤੋਂ ਬਿਨਾਂ ਇਸ ਜੀਵ ਦਾ ਕੀਤਾ ਸਾਰਾ ਕਰਮ ਮੈਲਾ ਹੁੰਦਾ ਹੈ, ਕਿਉਂਕਿ ਮਨੁੱਖ ਦਾ ਮਨ ਵੀ ਮੈਲਾ ਹੈ, ਮਨੁੱਖ ਦਾ ਤਨ ਵੀ ਮੈਲਾ ਹੈ। ਜਿਸ ਚੀਜ਼ ਨੂੰ ਵੀ ਮਨੁੱਖ ਹੱਥ ਲਾ ਦਿੰਦਾ ਹੈ ਉਹ ਵੀ ਮੈਲੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਸ ਨੂੰ ਮਾਰੇ ਤੋਂ ਬਿਨਾਂ ਸਭ ਕੁਝ ਇਸ ਜੀਵ ਦਾ ਮੈਲਾ ਹੀ ਰਹਿੰਦਾ ਹੈ। ਇਸ ਮਾਰੀ ਬਿਨ ਸਭ ਕਿਛ ਜੌਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਦੁਬਦਾ ਨੂੰ ਮਾਰੇ ਤੋਂ ਬਿਨਾਂ ਸਭ ਕੁਛ ਜੌਲਾ। ਇਹ ਮਨੁੱਖ ਵੀ ਇੱਕ ਦਿਨ ਸਭ ਕੁਝ ਛੱਡ ਕੇ ਚਲਿਆ ਜਾਂਦਾ ਹੈ। ਭਾਵ ਜਿੰਨਾ ਚਿਰ ਤੱਕ ਮਨੁੱਖ ਇਸ ਦੁਬਦਾ ਨੂੰ ਨਹੀਂ ਮਾਰਦਾ ਤੇ ਉਹਨਾਂ ਚਿਰ ਸੰਸਾਰ ਦਾ ਮਾਇਆ ਦਾ ਤਿਆਗ ਵੀ ਕਰਨਾ ਔਖਾ ਹੈ। ਜਦੋਂ ਇਸ ਨੂੰ ਮਾਰ ਦੇਵੇ ਤੇ ਫਿਰ ਸਭ ਕੁਝ ਛੱਡ ਕੇ ਮਨੁੱਖ ਪਾਸੇ ਹੋ ਜਾਂਦਾ ਹੈ, ਜੁਦਾ ਹੋ ਜਾਂਦਾ ਹੈ। ਜਾ ਕੋ ਭਏ ਕਿਰਪਾਲ ਕਿਰਪਾ ਨਿਧ। ਲਓ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਫਿਰ ਇਹ ਦੁਬਦਾ ਕਿਵੇਂ ਖਤਮ ਹੋ ਸਕਦੀ ਹੈ। ਲਓ ਹੁਣ ਇਹਦਾ ਜਵਾਬ ਸਤਿਗੁਰੂ ਆਖਰਲੀਆਂ ਪੰਕਤੀਆਂ ਵਿੱਚ ਦਿੰਦੇ ਹਨ। ਜਾਂ ਕੋ ਪਏ ਕਿਰਪਾਲ ਕਿਰਪਾ ਨਿਧ। ਬਈ ਜਿਨ੍ਹਾਂ ਤੇ ਕਿਰਪਾ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋਏ ਹਨ। ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਦੀ ਫਿਰ ਬੰਦ ਖਲਾਸੀ ਹੋਈ ਹੈ ਇਸ ਦੁਬਦਾ ਤੋਂ ਤੇ ਨਾਲ ਹੀ ਹੋਈ ਸਗਲ ਸਿੱਧ ਤੇ ਉਹਨੂੰ ਸਭ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ। ਤੇ ਅਥਵਾ ਸਿੱਧ ਦਾ ਅਰਥ ਹੈ ਜਿਹੜੀ ਰੂਹਾਨੀ ਸ਼ਕਤੀ ਸੀ ਅਥਵਾ ਸਿੱਧ ਮੁਕਤੀ ਦੀ ਅਵਸਥਾ ਸੀ ਇਹ ਵੀ ਉਸ ਨੂੰ ਪ੍ਰਾਪਤ ਹੋ ਗਏ। ਗੁਰ ਦੁਬਦਾ ਜਾ ਕੀ ਹੈ ਮਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਸਲੀ ਸਤਿਗੁਰੂ ਹੀ ਦੁਬਦਾ ਨੂੰ ਖਤਮ ਕਰਦੇ ਹਨ। ਹਾਂ ਜਿਸ ਦੀ ਸਤਿਗੁਰੂ ਨੇ ਦੁਬਦਾ ਮਾਰ ਦਿੱਤੀ। ਕੋ ਨਾਨਕ ਸੋ ਬ੍ਰਹਮ ਵਿਚਾਰੀ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਗੁਰਮੁਖ ਬ੍ਰਹਮ ਵਿਚਾਰੀ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੋਇਆ ਹੈ। ਕਿਉਂਕਿ ਜਿੰਨਾ ਚਿਰ ਮਨ ਵਿੱਚ ਦੁਬਦਾ ਹੈ ਤੇ ਉਹਨਾਂ ਚਿਰ ਮਨ ਵਾਹਿਗੁਰੂ ਵਿੱਚ ਜੁੜਦਾ ਹੀ ਨਹੀਂ ਹੈ ਤੇ ਵਿਚਾਰ ਕਿਵੇਂ ਕਰੇਗਾ। ਜਿਸ ਦੀ ਦੁਬਦਾ ਸਤਿਗੁਰੂ ਮਾਰ ਦਿੰਦੇ ਹਨ ਤੇ ਫਿਰ ਉਹੀ ਵਾਹਿਗੁਰੂ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ। ਗੌੜੀ ਮਹੱਲਾ ਪੰਜਵਾਂ। ਹਰ ਸਿਓ ਜੁਰੈ ਤਾਂ ਸਭ ਕੋ ਮੀਤ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਸਾਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਨੂੰ ਸੰਸਾਰ ਦੇ ਵਿੱਚ ਸਫਲਤਾ ਹਾਸਲ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੰਦੇ ਹਨ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ ਕਾਜ ਤੁਹਾਰਾ ਨਾਹੀ ਹੋਰ। ਰਹਾਉ ਸਤਿਗੁਰੂ ਕਹਿੰਦੇ ਨੇ ਐ ਮਨਾ ਐ ਮੇਰੇ ਮਨ ਤੂੰ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੇ ਚਿੱਤ ਨੂੰ ਜੋੜ। ਕਾਜ ਤੁਹਾਰਾ ਨਾਹੀ ਹੋਰ। ਤੇ ਹੋਰ ਜਿੰਨੇ ਵੀ ਦੁਨੀਆ ਦੇ ਲੋਕ ਨੇ ਚਾਹੇ ਉਹ ਰਾਜਨੀਤਿਕ ਨੇ ਚਾਹੇ ਉਹ ਕੋਈ ਹੋਰ ਵੱਡੇ ਮਾਇਆਧਾਰੀ ਨੇ ਸਤਿਗੁਰੂ ਕਹਿੰਦੇ ਉਹ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ। ਉਹਨਾਂ ਨੇ ਤੇਰਾ ਕੁਝ ਨਹੀਂ ਸਵਾਰਨਾ। ਤੂੰ ਉਸ ਵਾਹਿਗੁਰੂ ਦੇ ਨਾਲ ਆਪਣਾ ਮਨ ਜੋੜ ਤੇ ਵਾਹਿਗੁਰੂ ਪਰਮੇਸ਼ਰ ਸਭ ਦਾਤਾਂ ਬਖਸ਼ਣ ਵਾਲਾ ਹੈ। ਤੇ ਬਾਕੀ ਜਿਹੜੇ ਹੋਰ ਦੁਨੀਆ ਦੇ ਲੋਕ ਨੇ ਅਥਵਾ ਦੇਵੀ ਦੇਵਤੇ ਵੀ ਹਨ ਕੋਈ ਪੀਰ ਫਕੀਰ ਵੀ ਹਨ ਉਹਨਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਵਾਹਿਗੁਰੂ ਸਭ ਥਾਂ ਤੇਰੀ ਮਿੱਤਰਤਾ ਨੂੰ ਨਿਭਾਵੇਗਾ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਬਦਾ ਨੂੰ ਦੂਰ ਕਰਨ ਦੇ ਲਈ ਹੀ ਤੇ ਸਾਡੇ ਮਨ ਨੂੰ ਸਿੱਖਿਆ ਦਿੰਦੇ ਹਨ ਬਈ ਤੂੰ ਵਾਹਿਗੁਰੂ ਦੇ ਨਾਲ ਜੁੜ। ਉਹ ਵਾਹਿਗੁਰੂ ਤੇਰਾ ਮਿੱਤਰ ਬਣੇਗਾ ਹਰ ਥਾਵਾਂ ਤੇ ਤੇਰੀ ਸਹਾਇਤਾ ਕਰੇਗਾ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ। ਹਰਿ ਸਿਉ ਜੁਰੈ ਤਾਂ ਸਭ ਕੋ ਮੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜੀਵ ਜੇ ਮਨ ਕਰਕੇ ਵਾਹਿਗੁਰੂ ਦੇ ਨਾਲ ਜੁੜ ਜਾਵੇ ਤਾਂ ਇਹ ਸਾਰਿਆਂ ਦਾ ਹੀ ਮਿੱਤਰ ਬਣ ਜਾਂਦਾ ਹੈ। ਜੇ ਕੋਈ ਵਾਹਿਗੁਰੂ ਦੇ ਨਾਲ ਅੰਦਰੋਂ ਮਨੋਂ ਤਨੋਂ ਜੁੜ ਜਾਵੇ ਉਹ ਫਿਰ ਸਾਰਿਆਂ ਵਿੱਚ ਹੀ ਪਰਮੇਸ਼ਰ ਨੂੰ ਵੇਖਦਾ। ਸਾਰਿਆਂ ਨੂੰ ਪਰਮੇਸ਼ਰ ਦਾ
ਪਰਿਵਾਰ ਸਮਝਦਾ ਤੇ ਫਿਰ ਸਾਰੇ ਹੀ ਉਸ ਨੂੰ ਆਪਣਾ ਮਿੱਤਰ ਸਮਝਦੇ ਹਨ। ਹਰ ਸਿਉ ਜੁਰੈ ਤਾਂ ਨਿਹਚਲ ਚੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਜੀਵ ਅੰਦਰੋਂ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਤਾਂ ਇਹਦਾ ਚਿੱਤ ਵੀ ਅਚਲ ਹੋ ਜਾਂਦਾ। ਹੁਣ ਤੇ ਸਾਡਾ ਮਨ ਡੋਲਦਾ ਰਹਿੰਦਾ ਨਾ, ਕਦੇ ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਕੋਈ ਉਲਟ ਨਾ ਸਾਡੇ ਕੋਈ ਗੱਲ ਕਰ ਦੇਵੇ। ਪਰ ਜਦੋਂ ਵਾਹਿਗੁਰੂ ਨਾਲ ਮਨ ਜੁੜ ਜਾਂਦਾ ਹੈ ਫਿਰ ਚਿੱਤ ਵੀ ਅਚਲ ਹੋ ਜਾਂਦਾ ਹੈ। ਹਰ ਸਿਉ ਜੁਰੈ ਨ ਵਿਆਪੈ ਕਾੜਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਤੇ ਉਹਨੂੰ ਕਿਸੇ ਕਿਸਮ ਦਾ ਵੀ ਕਾੜਾ ਦਾ ਅਰਥ ਹੈ ਝੋਰਾ ਨਹੀਂ ਵਿਆਪਦਾ। ਹਰ ਸਿਉ ਜੁਰੈ ਤਾਂ ਹੋਏ ਨਿਸਤਾਰਾ। ਜੇ ਜੀ ਵਾਹਿਗੁਰੂ ਦੇ ਨਾਲ ਅੰਦਰੋਂ ਜੁੜ ਜਾਵੇ ਫਿਰ ਇਸ ਦਾ ਉਧਾਰ ਵੀ ਹੋ ਸਕਦਾ ਹੈ। ਤੇਰੇ ਮਨ ਮੇਰੇ ਤੂੰ ਹਰ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਲਈ ਮਨ ਨੂੰ ਕਹਿੰਦੇ ਨੇ, ਐ ਮਨਾ ਤੂੰ ਵੀ ਉਸ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜ। ਆ ਜਿਹੜੇ ਹੋਰ ਪਾਸੇ ਤੂੰ ਮੋਹ ਪਿਆਰ ਪਾਈ ਬੈਠਾ, ਇਹਨਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਇਸ ਲਈ ਵਾਹਿਗੁਰੂ ਦੇ ਨਾਲ ਹੀ ਤੈਨੂੰ ਪ੍ਰੀਤੀ ਕਰਨੀ ਚਾਹੀਦੀ ਹੈ। ਵੱਡੇ ਵੱਡੇ ਜੋ ਦੁਨੀਆਦਾਰ। ਲਓ ਹੁਣ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਵੀ ਉਹ ਕੌਣ ਨੇ? ਕਾਜ ਤੁਹਾਰਾ ਨਾਹੀ ਹੋਰ। ਹੁਣ ਇਹਦੀ ਅੱਗੇ ਵਿਆਖਿਆ ਕਰਦੇ ਹਨ, ਜਿਹੜੇ ਵੱਡੇ ਵੱਡੇ ਦੁਨੀਆ ਦੇ ਵਿੱਚ ਦੁਨੀਆਦਾਰ ਨੇ, ਭਾਵ ਜਿਹੜੇ ਬੜੇ ਬੜੇ ਦੁਨੀਆ ਦੇ ਵਿੱਚ ਮਾਇਆ ਧਾਰੀ ਨੇ, ਹੋਰ ਵੱਡੇ ਵੱਡੇ ਜਥੇਦਾਰ ਲੀਡਰ ਬੰਦੇ ਹਨ। ਕਾਹੂ ਕਾਜ ਨਾਹੀ ਗਾਵਾਰ। ਸਤਿਗੁਰੂ ਕਹਿੰਦੇ, ਮੂਰਖਾ ਇਹਨਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਜਿੰਨਾ ਮਰਜੀ ਇਹਨਾਂ ਦੀ ਖੁਸ਼ਾਮਦ ਕਰੀ ਜਾ, ਜਿੰਨਾ ਮਰਜੀ ਇਹਨਾਂ ਦੇ ਅੰਦਰ ਪ੍ਰਵੇਸ਼ ਹੋਈ ਜਾ, ਪਰ ਇਹਨਾਂ ਨੇ ਤੇਰੀ ਲੋਕ ਪਰਲੋਕ ਵਿੱਚ ਕਦੇ ਕੋਈ ਸਹਾਇਤਾ ਨਹੀਂ ਕਰਨੀ। ਹਰ ਕਾ ਦਾਸ ਨੀਚ ਕੁਲ ਸੁਣੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਪਾਸੇ ਦੁਨੀਆਦਾਰ ਹਨ, ਮਾਇਆ ਧਾਰੀ ਨੇ, ਪਰ ਦੂਜੇ ਪਾਸੇ ਕੋਈ ਵਾਹਿਗੁਰੂ ਦਾ ਦਾਸ ਵੀ ਹੈ। ਚਾਹੇ ਉਹ ਨੀਵੀਂ ਕੁਲ ਦੇ ਵਿੱਚ ਹੀ ਪੈਦਾ ਹੋਇਆ, ਜਿਵੇਂ ਭਗਤ ਕਬੀਰ ਜੀ ਜੁਲਾਹੇ ਸਨ, ਭਗਤ ਨਾਮਦੇਵ ਜੀ ਸ਼ਿੰਬੇ ਸਨ, ਭਗਤ ਰਵਿਦਾਸ ਜੀ ਚਮਿਆਰ ਸਨ, ਭਗਤ ਨਾਮਦੇਵ ਜੀ ਸ਼ਿੰਬੇ ਸਨ। ਵਾਹਿਗੁਰੂ ਦਾ ਦਾਸ ਭਾਵੇਂ ਨੀਵੀਂ ਕੁਲ ਦੇ ਵਿੱਚ ਵੀ ਪੈਦਾ ਹੋਇਆ ਹੋਵੇ ਤੇ ਜੇ ਕੋਈ ਉਹਦੇ ਬਾਰੇ ਸੁਣਦਾ ਹੈ, ਤਿਸ ਕੈ ਸੰਗ ਖਿਨ ਮਹਿ ਉਦਰਹਿ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਫੇਰ ਭਾਈ ਉਹਦੇ ਕੋਲ ਜਾਣਾ ਚਾਹੀਦਾ ਹੈ। ਜਿਹੜੇ ਵੱਡੇ ਦੁਨੀਆਦਾਰਾਂ ਤੋਂ ਪਾਸੇ ਰਹੋ ਤੇ ਜਿਹੜੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਮਹਾਂਪੁਰਖ ਨੇ, ਚਾਹੇ ਨੀਵੀਂ ਕੁਲ ਵਿੱਚ ਵੀ ਪੈਦਾ ਹੋਏ ਨੇ, ਉਹਨਾਂ ਦੀ ਸੰਗਤ ਕਰੋ। ਤਿਸ ਕੈ ਸੰਗ ਖਿਨ ਮਹਿ ਉਦਰਹਿ। ਉਸ ਐਸੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖ ਦੀ ਸੰਗਤ ਕਰਕੇ ਖਿਨ ਮਹਿ ਉਦਰਹਿ, ਤੂੰ ਖਿਨ ਦੇ ਵਿੱਚ ਹੀ ਉਧਰ ਸਕਦਾ ਹੈ। ਭਾਵ ਤੇਰਾ 1 ਮਿੰਟ ਸੈਕਿੰਡ ਦੇ ਵਿੱਚ ਹੀ ਉਧਾਰ ਹੋ ਸਕਦਾ ਹੈ। ਕੋਟ ਮੱਜਨ ਜਾ ਕੇ ਸੁਣ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੈ ਮਨਾ, ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣ ਕੇ ਕਰੋੜਾਂ ਹੀ ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਹੋ ਜਾਂਦਾ ਹੈ। ਭਾਵ ਸਾਡੇ ਮਨ ਦੀ ਪਵਿੱਤਰਤਾ ਹੋ ਜਾਂਦੀ ਹੈ। ਤੇ ਚਾਹੇ ਕਰੋੜਾਂ ਹੀ ਤੀਰਥਾਂ ਤੇ ਨਹਾ ਲਈਏ, ਮਨ ਨਹੀਂ ਪਵਿੱਤਰ ਹੁੰਦਾ। ਪਰ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਹਾਂ ਤੇ ਨਾਮ ਦੇ ਵਿੱਚ ਸ਼ਕਤੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਸਾਡੀ ਮਨ ਦੀ ਮੈਲ ਨੂੰ ਧੋਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਦਾ ਨਾਮ ਸੁਣ ਕੇ ਕਰੋੜਾਂ ਹੀ ਤੀਰਥਾਂ ਦਾ ਪੁਰਬੀ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਕੋਟ ਪੂਜਾ ਜਾ ਕੇ ਹੈ ਧਿਆਨ। ਲਓ, ਜਿਸ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਕਰੋੜਾਂ ਤਰ੍ਹਾਂ ਦੀ ਦੇਵ ਪੂਜਾ ਵੀ ਹੋ ਜਾਂਦੀ ਹੈ। ਕਿਉਂਕਿ ਬਹੁਤ ਸਾਰੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਲਓ ਤੇ ਕਰੋੜਾਂ ਤਰ੍ਹਾਂ ਦੀ ਪੂਜਾ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਭਾਵੋ ਪੂਜਾ ਦਾ ਫਲ ਤੁਹਾਨੂੰ ਮਿਲ ਜਾਵੇਗਾ। ਕੋਟ ਪੁੰਨ ਸੁਣ ਹਰ ਕੀ ਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਜੋ ਹਰ ਕੀ ਬਾਣੀ ਹੈ, ਤੁਰ ਕੀ ਬਾਣੀ ਹੈ, ਇਹਨੂੰ ਪ੍ਰੇਮ ਦੇ ਨਾਲ ਸੁਣੋ ਤੇ ਅਕਾਲ ਪੁਰਖ ਦੀ ਬਾਣੀ ਸੁਣ ਕੇ ਕਰੋੜਾਂ ਹੀ ਪੁੰਨ ਤੁਹਾਨੂੰ ਪ੍ਰਾਪਤ ਹੋ ਜਾਣਗੇ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜਾਂ ਜੱਗਾਂ ਦੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ। ਭਾਈ ਜੋ ਇਹ ਪਵਿੱਤਰ ਬਾਣੀ ਨੂੰ, ਤੁਰ ਕੀ ਬਾਣੀ ਨੂੰ ਸੁਣਦਾ ਹੈ। ਕੋਟ ਫਲਾ ਗੁਰ ਤੇ ਬਿਦ ਜਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਗੁਰੂ ਦੇ ਪਾਸੋਂ ਨਾਮ ਜਪਣ ਦੀ ਤਰਕੀਬ ਜਾਣੀ ਦਾ ਅਰਥ ਹੈ ਸਮਝ ਲਈ,
ਤੇ ਫਿਰ ਕਰੋੜਾਂ ਹੋਰ ਸਾਧਨਾ ਦੇ ਫਲ ਵੀ ਪ੍ਰਾਪਤ ਹੋ ਗਏ। ਮਨ ਆਪਣੇ ਮਹਿ ਫਿਰ ਚੇਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਓਏ ਮਨਾ ਤੂੰ ਆਪਣੇ ਮਨ ਦੇ ਵਿੱਚ ਬਾਰ-ਬਾਰ ਇਸ ਗੱਲ ਨੂੰ ਚੇਤੇ ਕਰ। ਬਿਨ ਸਜਾਹੇ ਮਾਇਆ ਕੇ ਹੇਤ। ਆ ਜਿਹੜੇ ਮਾਇਆ ਦੇ ਹੇਤ ਮੋਹ ਤੂੰ ਪਸਾਰੀ ਬੈਠਾ ਹੈ, ਇਹ ਸਾਰੇ ਇੱਕ ਨਾ ਇੱਕ ਦਿਨ ਨਾਸ ਹੋ ਜਾਣਗੇ। ਜੜ ਚੇਤਨ ਮਾਇਆ ਦੇ ਦੋ ਰੂਪ ਨੇ। ਕੋਈ ਵਸਤੂ, ਕੋਈ ਵਿਅਕਤੀ, ਜਿਹਦੇ ਨਾਲ ਵੀ ਅਸੀਂ ਮੋਹ ਪਿਆਰ ਲਾਏ ਹੋਏ ਨੇ, ਸਾਰੇ ਮਾਇਆ ਦੇ ਹੇਤ ਨੇ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਮਾਇਆ ਦੇ ਹੇਤ ਮੋਹ ਪਿਆਰ ਨੇ, ਸਾਰੇ ਇੱਕ ਦਿਨ ਨਾਸ ਹੋ ਜਾਣਗੇ। ਹਰ ਅਬਨਾਸੀ ਤੁਮਰੈ ਸੰਗ। ਉਹ ਅਕਾਲ ਪੁਰਖ ਵਾਹਿਗੁਰੂ ਅਬਨਾਸੀ, ਨਾਸ ਤੋਂ ਰਹਿਤ ਹੈ ਤੇ ਹਮੇਸ਼ਾ ਤੇਰੇ ਨਾਲ ਰਹਿਣ ਵਾਲਾ ਹੈ। ਮਨ ਮੇਰੇ ਰਚ ਰਾਮ ਕੈ ਰੰਗ। ਐ ਮੇਰੇ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰਚ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਉਹ ਰੰਗ ਚੜਿਆ ਕਦੇ ਉਤਰਨ ਵਾਲਾ ਨਹੀਂ ਹੈ। ਜਾ ਕੈ ਕਾਮ ਉਤਰੈ ਸਭ ਭੂਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਾ ਜਿਸ ਵਾਹਿਗੁਰੂ ਦੇ ਕੰਮ ਦੇ ਵਿੱਚ ਲਾ ਕੇ। ਕੰਮ ਕੀ ਹੈ? ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਵਾਹਿਗੁਰੂ ਦਾ ਨਾਮ ਜਪਣਾ ਹੀ ਵਾਹਿਗੁਰੂ ਦਾ ਕੰਮ ਹੈ। ਹਜ਼ੂਰ ਕਹਿੰਦੇ ਨੇ, ਜਾ ਕੇ ਕਾਮ, ਜਿਸ ਵਾਹਿਗੁਰੂ ਦਾ ਨਾਮ ਜਪਣ ਦਾ ਕੰਮ ਕਰਕੇ ਉਤਰੈ ਸਾ ਭੂਖ। ਜਿਹੜੀ ਮਨ ਦੀ ਸਾਰੀ ਭੁੱਖ ਹੈ, ਆਸਾ ਤ੍ਰਿਸ਼ਨਾ ਦੀ ਲੈ ਜਾਂਦੀ ਹੈ। ਜਾ ਕੇ ਕਾਮ ਨਾ ਜੋ ਹੈ ਦੂਤ। ਜਿਸ ਵਾਹਿਗੁਰੂ ਦੇ ਨਾਮ ਜਪਣ ਦਾ ਕੰਮ ਕਰਕੇ ਜਮਦੂਤ ਵੀ ਸਾਨੂੰ ਤਾੜ ਨਹੀਂ ਸਕਣਗੇ, ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਉਹਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ। ਜਾ ਕੇ ਕਾਮ ਤੇਰਾ ਵੱਡ ਗਮਰ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਦਾ ਕੰਮ ਕਰਕੇ ਤੇਰਾ ਵੱਡ ਗਮਰ। ਗਮਰ ਦਾ ਅਰਥ ਹੈ ਮੁਰਾਤਬਾ। ਤੇਰਾ ਮੁਰਾਤਬਾ ਬਹੁਤ ਉੱਚਾ ਹੋ ਸਕਦਾ ਹੈ, ਕਿਉਂਕਿ ਸਤਿਗੁਰੂ ਨੇ ਨਾਮ ਦੀ ਤੇ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਹੁਤ ਵੱਡੀ ਮਹਿਮਾ ਲਿਖੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਨ੍ਹਾਂ ਨੂੰ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ। ਕੋਈ ਦੁਨੀਆ ਦਾ ਪਾਤਸ਼ਾਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ।